ਹੈਲੋ एवरीवन ਵੈਲਕਮ ਟੂ ਆਲ। ਮੈਂ ਉਮੀਦ ਕਰ ਰਿਹਾ ਕਿ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ। ਅਸੀਂ ਆਪਣਾ ਪੀਐਸ ਟੈਟ ਦਾ ਜੋ ਫ੍ਰੀ ਕੋਰਸ ਚਲਾਇਆ ਹੋਇਆ ਹੈ, ਅਸੀਂ ਉਹਦੀ ਤਿਆਰੀ ਕਰ ਰਹੇ ਹਾਂ। ਤੁਹਾਨੂੰ ਜੋ ਰੈਗੂਲਰ ਵੀਡੀਓਜ਼ ਨੇ ਪੀਐਸ ਟੈਟ ਨਾਲ ਰਿਲੇਟਡ ਉਹ ਆ ਰਹੀਆਂ ਨੇ। ਅਸੀਂ ਹਿਸਟਰੀ ਨੂੰ ਜੋ ਹੈ ਕੰਟੀਨਿਊ ਕਰ ਰਹੇ ਹਾਂ, ਤੁਸੀਂ ਜਾਣਦੇ ਹੋ ਸਾਰੇ, ਹੈ ਨਾ। ਤੇ ਇੱਕ ਚੀਜ਼ ਬੱਚੇ ਜ਼ਰੂਰ ਮੈਂ ਤੁਹਾਨੂੰ ਇੱਥੇ ਦੱਸਣੀ ਚਾਹਾਂਗਾ ਕਿ ਆਪਣੇ ਨਾ ਦੋ ਗਰੁੱਪ ਚੱਲ ਰਹੇ ਨੇ। ਇੱਕ ਤਾਂ WhatsApp ਦੇ ਉੱਪਰ ਗਰੁੱਪ ਚੱਲ ਰਿਹਾ, ਇੱਕ ਚੱਲ ਰਿਹਾ ਆਪਣਾ ਗਰੁੱਪ ਉਹਦੇ ਉੱਪਰ ਆਪਣੇ ਟੈਲੀਗ੍ਰਾਮ ਦੇ ਉੱਪਰ। ਤੇ ਨਾਲ ਹੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਕਿ ਆਪਾਂ ਹਰ ਹਫਤੇ ਜਿੰਨਾ ਵੀ ਆਪਣਾ ਕੋਰਸ ਹੋ ਗਿਆ, ਜਿੰਨਾ ਵੀ ਆਪਾਂ ਨੇ ਪੜ੍ਹ ਲਿਆ YouTube ਦੇ ਉੱਪਰ, ਹਰ ਹਫਤੇ ਤੁਹਾਡੇ ਤੋਂ ਉਹਦਾ ਟੈਸਟ ਲਿਆ ਜਾਂਦਾ ਹੈ। ਸੋ ਤੁਸੀਂ ਜਿਹੜੇ ਉਹ ਦੋ ਗਰੁੱਪ ਨੇ, ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਫਸਟ ਜੋ ਕਮੈਂਟ ਆ ਆਪਣਾ, ਉਹਦੇ ਵਿੱਚ ਤੁਹਾਨੂੰ ਉਹਨਾਂ ਦਾ ਲਿੰਕ ਮਿਲ ਰਿਹਾ ਹੈ। ਤੁਸੀਂ ਉੱਥੇ ਜਾ ਕੇ ਕਲਿੱਕ ਕਰੋ ਤੇ ਜੁਆਇਨ ਕਰੋ। ਉੱਥੇ ਜਿੰਨੇ ਵੀ ਆਪਾਂ ਟੈਸਟ ਲੈਂਦੇ ਆ, ਜਿੰਨੀਆਂ ਵੀ ਤੁਹਾਨੂੰ ਵੀਡੀਓਜ਼ ਆ ਰਹੀਆਂ ਨੇ, ਜਿੰਨੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਆ, ਸਾਰੀ ਬੱਚੇ ਤੁਹਾਨੂੰ ਉੱਥੇ ਪ੍ਰੋਵਾਈਡ ਕੀਤੀ ਜਾਂਦੀ ਆ। ਸੋ ਆਪਣੇ ਜੋ ਗਰੁੱਪ ਨੇ ਉਹਨਾਂ ਨੂੰ ਜ਼ਰੂਰ ਜੁਆਇਨ ਕਰੋ, ਠੀਕ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਆਪਣਾ ਜੋ ਟੌਪਿਕ ਆ ਉਹ ਮਹਾਜਨਪਦ ਕਰ ਰਹੇ ਸੀਗੇ ਜਾਂ ਫਿਰ ਅਰਲੀ ਸਟੇਟਸ ਕਰ ਰਹੇ ਸੀਗੇ। ਅਰਲੀ ਸਟੇਟਸ ਦੇ ਵਿੱਚ ਆਪਣਾ ਜੋ ਟੌਪਿਕ ਆ ਰਿਹਾ ਉਹ ਮਹਾਜਨਪਦ ਆ ਰਿਹਾ, ਮਤਲਬ ਆਪਾਂ ਮਹਾਜਨਪਦ ਬਾਰੇ ਗੱਲ ਕਰ ਰਹੇ ਸੀਗੇ। ਆਪਾਂ ਹੁਣ ਤੱਕ ਮਹਾਜਨਪਦ ਦੇ ਦੋ ਜਿਹੜੇ ਲੈਕਚਰ ਨੇ ਉਹ ਕਵਰ ਕਰ ਚੁੱਕੇ ਆ, ਜਿਹਦੇ ਵਿੱਚ ਆਪਾਂ ਨੇ ਮਹਾਜਨਪਦ ਕਿੰਨੇ ਸੀਗੇ, 16 ਸੀਗੇ, ਹੈ ਨਾ। 16 ਮਹਾਜਨਪਦ ਸੀਗੇ। ਉਹ ਕੀ ਸੀਗੇ, ਉਹਨਾਂ ਦੀਆਂ ਰਾਜਧਾਨੀਆਂ ਕਿਹੜੀਆਂ ਸੀਗੀਆਂ, ਉਹਨਾਂ ਦਾ ਸਿਸਟਮ ਕਿਵੇਂ ਚੱਲਦਾ ਸੀਗਾ, ਉਹਨਾਂ ਦਾ ਆਰਥਿਕ ਗਤੀਵਿਧੀਆਂ ਕਿਹੋ ਜਿਹੀਆਂ ਸੀਗੀਆਂ, ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਕਿਹੋ ਜਿਹੀਆਂ ਸੀਗੀਆਂ, ਵਗੈਰਾ ਵਗੈਰਾ। ਆਪਾਂ ਨੇ ਕਾਫੀ ਸਾਰੀਆਂ ਚੀਜ਼ਾਂ ਨੇ ਜੋ ਆਪਣੇ ਡਿਸਕਸ ਕਰ ਚੁੱਕੇ ਹਾਂ ਪਿਛਲੇ ਦੋ ਲੈਕਚਰਸ ਦੇ ਵਿੱਚ। ਤੁਹਾਨੂੰ ਮਤਲਬ ਕਿ ਜਿਹੜੀ ਆਪਾਂ ਕਰਦੇ ਹਾਂ ਨਾ ਕਿ ਜਿੰਨੇ ਵੀ ਹੋ ਜਾਂਦੇ ਨੇ ਆਪਣੇ ਐਂਡ ਦੇ ਵਿੱਚ ਤੁਹਾਨੂੰ ਉਹਨਾਂ ਦੀ ਲਿਸਟ ਵੀ ਮਿਲ ਜਾਂਦੀ ਹੈ, ਸਾਰੀ ਪਲੇਲਿਸਟ, ਈਵਨ ਕਿ ਅਲੱਗ ਤੋਂ ਪਲੇਲਿਸਟ ਵੀ ਬਣਾਈ ਹੋਈ ਹੈ। ਤੁਸੀਂ ਜਾ ਕੇ ਦੇਖ ਸਕਦੇ ਹੋ ਅਗਰ ਤੁਹਾਡਾ ਪਹਿਲਾ ਕੋਈ ਲੈਕਚਰ ਮਿਸ ਹੋਇਆ ਹੋਇਆ। ਤੇ ਆਪਣਾ ਜੋ ਅੱਜ ਫਾਈਨਲ ਜੋ ਚੈਪਟਰ, ਫਾਈਨਲ ਆਪਣਾ ਟੌਪਿਕ ਅੱਜ ਇਹ, ਇਸ ਟੌਪਿਕ ਦਾ ਨਾਮ ਹੈਗਾ ਹੈ ਮਗਧ। ਤੁਸੀਂ ਦੇਖਿਆ ਹੋਊਗਾ ਕਿ ਜਿਹੜੇ 16 ਮਹਾਜਨਪਦ ਨੇ, ਉਹਨਾਂ 16 ਮਹਾਜਨਪਦਾਂ ਦੇ ਵਿੱਚੋਂ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਿ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਉਹ ਮਗਧ ਆ। ਮਗਧ ਈਵਨ ਕਿ ਜਿਸ ਟਾਈਮ ਅੰਗਰੇਜ਼ ਆ ਗਏ ਸੀਗੇ ਇੱਥੇ, ਅੰਗਰੇਜ਼ਾਂ ਦੇ ਆਉਣ ਤੱਕ ਵੀ ਮਗਧ ਆ ਜਿਹੜਾ ਉਹ ਕਾਫੀ ਇੰਪੋਰਟੈਂਟ ਰਿਹਾ ਸੀਗਾ। ਕਿਵੇਂ ਰਿਹਾ ਸੀਗਾ, ਆਪਾਂ ਜੋ ਆਪਣੀਆਂ ਅਗਲੀਆਂ ਵੀਡੀਓਜ਼ ਹੋਣਗੀਆਂ ਉਹਨਾਂ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਵਿੱਚ ਇਹਦੀ ਡਿਸਕਸ਼ਨ ਕਰਾਂਗੇ, ਠੀਕ ਹੈ। ਹਾਲ ਦੀ ਘੜੀ ਆਪਾਂ ਨੇ ਮਗਧ ਬਾਰੇ ਜਿਹੜੀ ਆ ਉਹ ਜਾਣਕਾਰੀ ਇਕੱਠੀ ਕਰਨੀ ਆ। ਇੱਕ ਤਾਂ ਬੱਚੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਬਿਹਾਰ ਵਾਲੀ ਸਾਈਡ ਆ, ਬਿਹਾਰ ਲਗਾ ਲਓ ਜਾਂ ਫਿਰ ਵੈਸਟ ਬੰਗਾਲ ਲਗਾ ਲਓ, ਇਹ ਵਾਲੀ ਸਾਈਡ ਦੇ ਵਿੱਚ ਮਗਧ ਆ ਜਿਹੜਾ ਉਹ ਲਾਏ ਕਰਦਾ ਸੀਗਾ, ਮਗਧ ਆ ਜਿਹੜਾ ਉਹ ਏਰੀਆ ਆਉਂਦਾ ਸੀਗਾ। ਬਾਕੀ ਆਪਾਂ ਡਿਸਕਸ ਕਰਦੇ ਹਾਂ ਆਪਣੇ ਟੌਪਿਕ ਦੇ ਜ਼ਰੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਅਗਰ ਆਪਾਂ ਇਹਦੀ ਭੂਗੋਲਿਕ ਸਥਿਤੀ ਦੀ ਗੱਲ ਕਰੀਏ, ਜਿਓਗ੍ਰਾਫੀਕਲ ਲੋਕੇਸ਼ਨ ਦੀ ਗੱਲ ਕਰੀਏ, ਮਤਲਬ ਹੈਗਾ ਕਿੱਥੇ ਆ ਇਹ। ਜਿਓਗ੍ਰਾਫੀਕਲ ਲੋਕੇਸ਼ਨ ਜਿਹੜੀ ਇਹਦੇ ਵਾਸਤੇ ਨਾ ਕਾਫੀ ਫਾਇਦੇਮੰਦ ਸਾਬਿਤ ਹੋ ਰਹੀ ਆ। ਕਿਵੇਂ ਸਾਬਿਤ ਹੋ ਰਹੀ ਹੈ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਦੂਸਰਾ ਕਹਿੰਦੇ ਵੀ ਅੱਛਾ ਆਪਾਂ ਮਤਲਬ ਇਹ ਗੱਲ ਕਰ ਰਹੇ ਹਾਂ ਵੀ ਆਪਾਂ ਨੇ ਹੁਣੇ ਦੇਖਿਆ ਕਿ ਜਿਹੜਾ ਮਗਧ ਆ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਆ, ਕਾਫੀ ਜ਼ਿਆਦਾ ਪਾਵਰਫੁਲ ਰਿਹਾ ਪਹਿਲੇ ਟਾਈਮ ਤੋਂ ਹੀ। ਇਹਦਾ ਰੀਜ਼ਨ ਕੀ ਆ, ਕਿਉਂ ਪਾਵਰਫੁਲ ਰਿਹਾ ਹੈ? ਤਾਂ ਇਹਦਾ ਰੀਜ਼ਨ ਬੱਚੇ ਇੱਕ ਤਾਂ ਇਹੀ ਹੈ ਇਹਦੀ ਜਿਓਗ੍ਰਾਫੀਕਲ ਲੋਕੇਸ਼ਨ। ਜਿਓਗ੍ਰਾਫੀਕਲ ਲੋਕੇਸ਼ਨ ਕਿਵੇਂ, ਤੁਹਾਨੂੰ ਅੱਗੇ 2-3 ਮਿੰਟ ਦੇ ਵਿੱਚ ਸਮਝ ਆ ਜਾਊਗਾ। ਦੂਸਰੀ ਚੀਜ਼ ਕੀ ਆ, ਮਗਧ ਦੇ ਵਿੱਚ ਉਪਜਾਊ ਮਿੱਟੀ ਕਾਫੀ ਜ਼ਿਆਦਾ ਮਿਲਦੀ ਹੈ। ਉਪਜਾਊ ਮਿੱਟੀ ਹੋਣ ਕਰਕੇ ਇੱਥੇ ਦੀਆਂ ਜਿਹੜੀਆਂ ਫਸਲਾਂ ਨੇ ਉਹ ਸੋਹਣੀਆਂ ਪੈਦਾ ਹੁੰਦੀਆਂ ਨੇ, ਇੱਥੇ ਦਾ ਜਿਹੜਾ ਝਾੜ ਆ ਉਹ ਵਧੀਆ ਮਿਲਦਾ ਹੈ। ਦੂਸਰੀ ਚੀਜ਼ ਆ ਇੱਥੇ ਜਿਹੜਾ, ਕਿਉਂਕਿ ਮਗਧ ਆਪਾਂ ਅਗਰ ਗੱਲ ਕਰੀਏ, ਆ ਤੁਹਾਡਾ ਉੱਪਰਲੇ ਪਹਾੜ ਆ ਗਏ, ਇੱਥੋਂ ਕਾ ਆਪਣੇ ਇੱਕ ਇੰਡਸ ਰਿਵਰ ਨਿਕਲੀ ਹੁੰਦੀ ਹੈ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਆਪਾਂ ਨੇ ਸਾਰੀਆਂ ਡਿਸਕਸ ਕੀਤੀਆਂ ਹੋਈਆਂ ਨੇ। ਇੱਕ ਨਾ ਇੱਥੋਂ ਬੱਚੇ ਗੰਗਾ ਰਿਵਰ ਜਾ ਰਹੀ ਹੈ ਇੱਧਰ ਨੂੰ, ਜਿਹੜੀ ਨੀਚੇ ਬੰਗਾਲ ਦੀ ਖਾੜੀ 'ਚ ਆ ਕੇ ਡਿੱਗਦੀ ਆ। ਤਾਂ ਗੰਗਾ ਰਿਵਰ ਔਰ ਇਹਦੀਆਂ ਟ੍ਰਿਬਿਊਟਰੀਜ਼, ਗੰਗਾ ਰਿਵਰ ਔਰ ਇਹਦੀਆਂ ਸਹਾਇਕ ਨਦੀਆਂ, ਇਹ ਮਿਲ ਕੇ ਮਗਧ ਵਾਲੇ ਇਲਾਕੇ ਨੂੰ ਫੀਡ ਕਰਦੀਆਂ ਨੇ, ਮਗਧ ਵਾਲੇ ਇਲਾਕੇ ਨੂੰ ਪਾਣੀ ਪ੍ਰੋਵਾਈਡ ਕਰਦੀਆਂ ਨੇ। ਸੋ ਇੱਕ ਤਾਂ ਜ਼ਮੀਨ ਇਹਨਾਂ ਦੀ ਉਪਜਾਊ ਆ, ਦੂਸਰਾ ਜਿਹੜਾ ਇਹਨਾਂ ਨੂੰ ਪਾਣੀ ਆ ਉਹ ਹਰ ਟਾਈਮ ਅਵੇਲੇਬਲ ਰਹਿੰਦਾ, ਹਰ ਟਾਈਮ ਮੌਜੂਦ ਰਹਿੰਦਾ ਹੈ ਪਾਣੀ ਉੱਥੇ। ਅੱਗੇ ਰਾਜੇ ਮਗਧ ਦੀਆਂ ਨਾ ਦੋ ਰਾਜਧਾਨੀਆਂ ਸੀਗੀਆਂ, ਮਗਧ ਦੀਆਂ ਦੋ ਰਾਜਧਾਨੀਆਂ ਸੀਗੀਆਂ। ਇੱਕ ਦਾ ਨਾਮ ਸੀਗਾ ਰਾਜਗ੍ਰਹਿ ਤੇ ਦੂਸਰੀ ਦਾ ਨਾਮ ਸੀਗਾ ਪਾਟਲੀਪੁੱਤਰ। ਮਗਧ ਦੀਆਂ ਦੋ ਰਾਜਧਾਨੀਆਂ ਸੀਗੀਆਂ, ਇੱਕ ਦਾ ਨਾਮ ਸੀਗਾ ਰਾਜਗ੍ਰਹਿ ਜਾਂ ਜਿਹਨੂੰ ਆਪਾਂ ਰਾਜਗ੍ਰਹਿ ਜਾਂ ਫਿਰ ਰਾਜਗੀਰ ਵੀ ਕਹਿ ਦਿੰਦੇ ਆ ਇਹਨੂੰ, ਦੂਸਰੀ ਸੀਗੀ ਪਾਟਲੀਪੁੱਤਰ। ਕਿਉਂਕਿ ਜਿਹਨੇ ਰਾਜਧਾਨੀ ਤੇ ਕਬਜ਼ਾ ਕਰ ਲਿਆ, ਜਿਹਨੇ ਰਾਜਧਾਨੀ ਨੂੰ ਆਪਣੇ ਅੰਡਰ ਲੈ ਲਿਆ,
मतलब कि ਉਹਨੇ ਉਹ ਸਾਰਾ ਦਾ ਸਾਰਾ ਜਿਹੜਾ ਰਾਜ ਪਾਠ ਆ, ਸਾਰਾ ਦਾ ਸਾਰਾ ਜਿਹੜਾ ਸਿਸਟਮ ਆ ਉਹ ਆਪਦੇ ਅੰਡਰ ਕਰ ਲਿਆ। ਕਹਿਣ ਦਾ ਮਤਲਬ ਅਗਰ ਕਿਸੇ ਇੱਕ ਰਾਜੇ ਨੇ ਕਿਸੇ ਦੂਸਰੇ ਰਾਜੇ ਨੂੰ ਜਿੱਤਣਾ ਹੈ, ਇਸ ਪਰਸਨ A ਨੇ ਪਰਸਨ B ਨੂੰ ਹਰਾਉਣਾ ਹੈ, ਰਾਜਾ A ਨੇ ਰਾਜਾ B ਨੂੰ ਹਰਾਉਣਾ ਹੈ, ਤਾਂ ਚੁੱਪ ਕਰਕੇ ਉਹਦੀ ਜਿਹੜੀ ਰਾਜਧਾਨੀ ਆ ਕਿਸੇ ਵੀ ਜਗ੍ਹਾ ਤੇ ਹੋ ਸਕਦੀ ਆ, ਜਿਹੜੀ ਉਹਦੀ ਰਾਜਧਾਨੀ ਆ ਉਹਦੇ ਉੱਪਰ ਅਟੈਕ ਕਰੇ, ਉਹਨੂੰ ਜਿੱਤ ਲਵੇ, ਸਾਰਾ ਦਾ ਸਾਰਾ ਆਪਣੇ ਆਪ ਜਿੱਤਿਆ ਗਿਆ। ਇਹ ਵਾਲਾ ਸਿਸਟਮ ਚੱਲਦਾ ਹੁੰਦਾ ਸ਼ੁਰੂ ਤੋਂ ਹੀ। ਠੀਕ ਹੈ, ਤੋ ਜਿਹੜੀ ਆਪਣੀ ਹੈਗੀ ਆ ਮਗਧ ਦੀਆਂ ਹੈਗੀਆਂ ਨੇ ਬੱਚੇ ਦੋ ਰਾਜਧਾਨੀਆਂ, ਇੱਕ ਹੈਗੀ ਆ ਰਾਜਗ੍ਰਹਿ, ਇੱਕ ਹੈਗੀ ਆ ਪਾਟਲੀਪੁੱਤਰ। ਹੁਣ ਅੱਗੇ ਸਮਝੋ ਇਹਨੂੰ। ਕਹਿੰਦਾ ਵੀ ਜਿਹੜੀਆਂ ਇਹ ਦੋਨੇ ਰਾਜਧਾਨੀਆਂ ਨੇ ਇਹ ਇਸ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਕਿ ਇਹਨਾਂ ਤੇ ਕੋਈ ਜਲਦੀ ਅਟੈਕ ਨਹੀਂ ਕਰ ਸਕਦਾ। ਕਿਵੇਂ? ਦੇਖੋ, ਅਗਰ ਆਪਾਂ ਗੱਲ ਕਰੀਏ ਰਾਜਗ੍ਰਹਿ ਦੀ, ਰਾਜਗ੍ਰਹਿ ਮਿੱਡ ਦੇ ਵਿੱਚ ਆ, ਇਹਦੇ ਆਲੇ ਦੁਆਲੇ 5 ਪਹਾੜੀਆਂ ਨੇ। ਮਿੱਡ ਦੇ ਵਿੱਚ ਰਾਜਗ੍ਰਹਿ ਆ, ਆਲੇ ਦੁਆਲੇ 5 ਪਹਾੜੀਆਂ ਨੇ, ਇਹਦੇ ਉੱਪਰ ਕੋਈ ਅਟੈਕ ਹੀ ਨਹੀਂ ਕਰ ਸਕਦਾ, ਇਹਦੇ ਉੱਪਰ ਅਟੈਕ ਕਰਨਾ ਬਹੁਤ ਮੁਸ਼ਕਿਲ ਆ, ਹੈ ਨਾ। ਦੂਸਰੀ ਬੱਚੀ ਆਪਣੇ ਕੋਲੇ ਆ ਰਹੀ ਆ ਪਾਟਲੀਪੁੱਤਰ। ਪਾਟਲੀਪੁੱਤਰ ਦੀ ਅਗਰ ਆਪਾਂ ਗੱਲ ਕਰੀਏ ਤਾਂ 2 ਨਦੀਆਂ ਚੱਲਦੀਆਂ ਨੇ, ਇੱਕ ਤਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਗੰਗਾ, ਇੱਕ ਨਦੀ ਹੈਗੀ ਹੈ ਸੋਨ। ਇਹਨਾਂ ਦੋਨੋਂ ਨਦੀਆਂ ਨੇ ਪਾਟਲੀਪੁੱਤਰ ਨੂੰ ਕਵਰ ਕੀਤਾ ਹੋਇਆ, ਸੋ ਇਹਦੇ ਉੱਪਰ ਵੀ ਅਟੈਕ ਕਰਨਾ ਥੋੜਾ ਜਿਹਾ ਮੁਸ਼ਕਿਲ ਆ। ਠੀਕ ਹੈ, ਹੁਣ ਇੱਕ ਤਾਂ ਇੱਥੇ ਦੀ ਉਪਜਾਊ ਮਿੱਟੀ ਆ, ਦੂਸਰਾ ਇੱਥੇ ਪਾਣੀ ਹਰ ਟਾਈਮ ਅਵੇਲੇਬਲ ਰਹਿੰਦਾ ਹੈ, ਤੀਸਰਾ ਇੱਥੇ ਦੀਆਂ ਜਿਹੜੀਆਂ ਰਾਜਧਾਨੀਆਂ ਨੇ ਉਹ ਜਿਓਗ੍ਰਾਫੀਕਲੀ ਕਵਰ ਕੀਤੀਆਂ ਹੋਈਆਂ ਨੇ। ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਅਗਲੇ 2 ਜਾਂ 3 ਮਿੰਟ 'ਚ ਤੁਸੀਂ ਦੇਖ ਲਓਗੇ ਕਿ ਜਿਓਗ੍ਰਾਫੀਕਲ ਲੋਕੇਸ਼ਨ ਕਰਕੇ ਇਹਦੀ ਜਿਹੜੀ ਸਥਿਤੀ ਆ ਕਾਫੀ ਮਜ਼ਬੂਤ ਆ। ਤੀਸਰਾ ਚੌਥਾ ਬੱਚੇ ਆਪਣੇ ਕੋਲੇ ਆ ਰਿਹਾ ਜਿਹੜਾ ਇੱਥੇ ਆਇਰਨ ਔਰ ਆ, ਉਹ ਕਾਫੀ ਜ਼ਿਆਦਾ ਮਿਲ ਰਿਹਾ ਹੈ। ਕਹਿਣ ਦਾ ਮਤਲਬ ਜਿਹੜੇ ਖਣਿਜ ਪਦਾਰਥ ਨੇ ਉਹ ਕਾਫੀ ਜ਼ਿਆਦਾ ਮਿਲ ਰਹੇ ਨੇ, ਕੱਚਾ ਲੋਹਾ ਹੈ ਜਿਹੜਾ ਉਹ ਕਾਫੀ ਜ਼ਿਆਦਾ ਮਿਲ ਰਿਹਾ ਹੈ, ਉਹਦੇ ਕਰਕੇ ਇਹ ਕਾਫੀ ਡਿਵੈਲਪ ਏਰੀਆ ਬਣ ਗਿਆ ਸੀਗਾ ਉਸ ਟਾਈਮ ਦਾ। ਹੁਣ ਜਿਹਦੇ ਕੋਲੇ ਕੱਚਾ ਲੋਹਾ ਹੋਊਗਾ, ਜਿਹਦੇ ਕੋਲੇ ਆਇਰਨ ਔਰ ਹੋਊਗਾ, ਉਹਦੇ ਕੋਲੇ ਹਥਿਆਰ ਹੋਣਗੇ, ਉਹ ਵੱਧ ਤੋਂ ਵੱਧ ਹਥਿਆਰ ਬਣਾਊਗਾ, ਹੈ ਨਾ। ਅੱਗੇ ਆਪਣੇ ਕੋਲੇ ਆ ਰਿਹਾ ਬੱਚੇ ਫੋਰੈਸਟ ਵੈਲਥ ਐਂਡ ਰਿਸੋਰਸਿਸ। ਸਾਡੇ ਕੋਲੇ ਜੰਗਲ ਨੇ, ਮਤਲਬ ਮਗਧ ਵਾਲਿਆਂ ਕੋਲੇ ਜੰਗਲ ਨੇ, ਜੰਗਲ ਦੇ ਵਿੱਚ ਕਿੰਨੇ ਜ਼ਿਆਦਾ ਰਿਸੋਰਸਿਸ ਹੋਣਗੇ, ਹੈ ਨਾ। ਇਸ ਤੋਂ ਬਾਅਦ ਸਾਡੇ ਕੋਲੇ ਆ ਰਹੇ ਨੇ ਐਲੀਫੈਂਟਸ ਵਰ ਯੂਜ਼ਡ ਇਨ ਵਾਰਸ। ਬਹੁਤ ਜ਼ਿਆਦਾ ਇਹਨਾਂ ਕੋਲੇ ਵੱਡੀ ਤਾਦਾਦ ਦੇ ਵਿੱਚ ਐਲੀਫੈਂਟਸ ਨੇ ਜਿਹੜੇ ਕਿ ਯੂਜ਼ ਕੀਤੇ ਜਾਂਦੇ ਸੀਗੇ ਜੰਗਾਂ ਲੜਨ ਵਾਸਤੇ। ਇਸ ਤੋਂ ਬਾਅਦ ਬੱਚੇ ਆਪਣੇ ਕੋਲੇ ਆ ਰਿਹਾ ਹੈ, ਮਤਲਬ ਕਿ ਹੁਣ ਅਗਰ ਆਪਾਂ ਨੇ ਦੇਖਣਾ ਹੋਵੇ ਬਿਜ਼ਨਸ, ਇਹ ਇਸ ਤਰੀਕੇ ਨਾਲ ਗੱਬੇ ਜਿਹੇ ਆ ਮਿਡ ਦੇ ਵਿੱਚ, ਇਸ ਤਰੀਕੇ ਨਾਲ ਆ, ਇੱਧਰੋਂ ਵੀ ਇਹਦੇ ਨਾਲ ਬਿਜ਼ਨਸ ਹੁੰਦਾ ਹੈ, ਇੱਧਰੋਂ ਵੀ ਬਿਜ਼ਨਸ ਹੁੰਦਾ, ਇੱਧਰੋਂ ਵੀ ਬਿਜ਼ਨਸ ਹੁੰਦਾ, ਇੱਧਰੋਂ ਵੀ ਬਿਜ਼ਨਸ ਹੁੰਦਾ, ਇੱਧਰੋਂ ਵੀ ਬਿਜ਼ਨਸ ਹੁੰਦਾ, ਇੱਧਰੋਂ ਵੀ ਬਿਜ਼ਨਸ ਹੁੰਦਾ। ਮਤਲਬ ਕਿ ਬਿਜ਼ਨਸ ਵਾਸਤੇ ਇਹ ਸੈਂਟਰ ਪੁਆਇੰਟ ਸੀਗਾ, ਸਾਰੇ ਪਾਸੇ ਉਹਦੇ ਨਾਲ ਬਿਜ਼ਨਸ ਕੀਤਾ ਜਾਂਦਾ ਸੀਗਾ। ਸੋ ਇਹਨਾਂ ਸਾਰੀਆਂ ਖਾਸੀਅਤਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਹਦੀ ਸਥਿਤੀ ਆ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਆ। ਇਹ ਜਿਹੜੀ ਇਹਦੀ ਮਤਲਬ ਇਹਦੇ ਪਾਵਰਫੁਲ ਹੋਣ ਦਾ ਰੀਜ਼ਨ ਆ ਉਹ ਮੇਰਾ ਖਿਆਲ ਹੈ ਕਿ ਤੁਸੀਂ ਜਾਣ ਚੁੱਕੇ ਹੋਵੋਗੇ, ਇਹਦੇ ਪਾਵਰਫੁਲ ਹੋਣ ਦਾ ਰੀਜ਼ਨ ਕੀ ਆ। ਦੂਸਰਾ ਬੱਚੇ ਆਪਣੇ ਕੋਲੇ ਆ ਰਿਹਾ ਕਿ ਮਗਧ ਦੇ ਉੱਪਰ ਰਾਜ ਕਿਨੇ ਕੀਤਾ, ਮਗਧ ਦੇ ਉੱਪਰ ਸ਼ਾਸਨ ਕਿਨੇ ਕੀਤਾ। ਤਾਂ ਸ਼ਾਸਨ ਕਰਨ ਵਾਸਤੇ ਆਪਾਂ ਨੂੰ ਦੇਖਣੀਆਂ ਪੈਣਗੀਆਂ ਡਾਇਨਸਟੀਜ਼। ਮਗਧ ਦੇ ਉੱਪਰ 3 ਡਾਇਨਸਟੀਜ਼ ਸੀਗੀਆਂ ਜਿਹੜੀਆਂ ਆਪਾਂ ਨੇ ਕਵਰ ਕਰਨੀਆਂ ਨੇ। ਉਹਨਾਂ 3 ਡਾਇਨਸਟੀਜ਼ ਨੇ ਮਗਧ ਦੇ ਉੱਪਰ ਰਾਜ ਕੀਤਾ ਸੀਗਾ ਬੱਚੇ। ਉਹ 3 ਡਾਇਨਸਟੀਜ਼ ਕਿਹੜੀਆਂ ਨੇ? ਇੱਕ ਹੈਗੀ ਆ ਹਰਿਅੰਕਾ ਡਾਇਨਸਟੀ, ਇੱਕ ਹੈਗੀ ਆ ਹਰਿਅੰਕਾ ਡਾਇਨਸਟੀ, ਦੂਸਰੀ ਹੈਗੀ ਆ ਬੱਚੇ ਸ਼ਿਸ਼ੂਨਾਗ ਡਾਇਨਸਟੀ, ਸ਼ਿਸ਼ੂਨਾਗ ਡਾਇਨਸਟੀ, ਤੇ ਤੀਸਰੀ ਆਪਣੇ ਕੋਲੇ ਹੈਗੀ ਆ ਨੰਦ ਡਾਇਨਸਟੀ। ਤਿੰਨੋਂ ਹੀ ਡਾਇਨਸਟੀਜ਼ ਨੇ ਜਿਹੜੀਆਂ, ਤਿੰਨੋਂ ਹੀ ਵੰਸ਼ ਨੇ ਜਿਹੜੇ ਕਾਫੀ ਇੰਪੋਰਟੈਂਟ ਨੇ। ਇਸ ਹਰਿਅੰਕਾ ਡਾਇਨਸਟੀ ਦੇ ਵਿੱਚ ਆਪਾਂ 3 ਰਾਜਿਆਂ ਬਾਰੇ ਕਵਰ ਕਰਾਂਗੇ, ਸ਼ਿਸ਼ੂਨਾਗ ਡਾਇਨਸਟੀ ਦੇ ਵਿੱਚ ਆਪਾਂ 2 ਰਾਜਿਆਂ ਬਾਰੇ ਕਵਰ ਕਰਾਂਗੇ, ਤੇ ਨੰਦਾ ਡਾਇਨਸਟੀ ਦੇ ਵਿੱਚ ਆਪਾਂ 2 ਰਾਜਿਆਂ ਬਾਰੇ ਡਿਸਕਸ ਕਰਾਂਗੇ। ਓਕੇ, ਸੋ ਆਪਾਂ 1 ਬਾਏ 1 ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੇ ਆਪਣੇ ਕੋਲ ਆ ਰਹੀ ਆ ਹਰਿਅੰਕ ਵੰਸ਼, ਹਰਿਅੰਕਾ ਡਾਇਨਸਟੀ। ਠੀਕ ਹੈ, ਸੋ ਆਪਣੇ ਕਾਪੀਆਂ ਪੈਨ ਜੇ ਖੋਲ ਲਓ, ਆਪਣੀ ਜਿਹੜੀ ਨੋਟ ਨੇ ਉਹਨਾਂ ਨੂੰ ਬਣਾ ਲਓ, ਨੋਟਸ ਬਣਾ ਲਓ। ਆਪਣੇ ਕੋਲੇ ਨਾ ਫੈਕਚੁਅਲ ਇਨਫੋਰਮੇਸ਼ਨ ਹੁਣ ਕਾਫੀ ਆਉਣ ਵਾਲੀ ਆ। ਠੀਕ ਹੈ, ਸੋ ਜਿਹੜੇ ਹੁਣ 3 ਰਾਜਵੰਸ਼ ਨੇ, 3 ਰਾਜਵੰਸ਼ਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਆਪਣੇ ਕੋਲ ਆ ਉਹ ਹੈਗਾ ਹਰਿਅੰਕ ਵੰਸ਼, ਹਰਿਅੰਕਾ ਡਾਇਨਸਟੀ।
हरियंका डायनेस्टी का बच्चे जिहड़ा राजा है वो सीगा बिंबिसार। मतलब कि हरियंका डायनेस्टी की जिहड़ी नींह रखी गई सीगी वो किहदे राही रखी गई सीगी, और रखी गई सीगी बिंबिसार के जरिए। बिंबिसार हुण आपां ने सब तो पहला बिंबिसार की डिटेल पढ़नी है। कहने भी इस वंश का जिहड़ा नींह पत्थर रखिया सीगा वो रखिया सीगा बिंबिसार के दादे ने, बिंबिसार दे दादे ने रखिया सीगा। पर जिहड़ी इस हरियंका डायनेस्टी नूं प्रसिद्धि मिली आ वो प्रसिद्धि मिली सीगी बिंबिसार दे टाइम दे विच। हरियंका डायनेस्टी नूं जिहड़ी प्रसिद्धि मिली आ वो मिली सीगी बिंबिसार दे टाइम दे विच। इस करके जिहड़ा असल फाउंडर आ ਉਹਨੂੰ ਉਹ ਬਿੰਬੀਸਾਰ ਨੂੰ ਮੰਨ ਲਿਆ ਜਾਂਦਾ ਹੈ। ਰੀਅਲ ਫਾਊਂਡਰ ਆ ਜਿਹੜਾ ਉਹ ਬਿੰਬੀਸਾਰ ਨੂੰ ਮੰਨ ਲਿਆ ਜਾਂਦਾ ਹੈ, ਰੀਅਲ ਫਾਊਂਡਰ। ਉਂਝ ਜਿਹੜੀ ਇਹਦੀ ਸਥਾਪਨਾ ਹੈ, ਜਿਹੜਾ ਇਹਦਾ मतलब कि नींह पत्थर रखा गया सीगा और रखा गया सीगा ਇਹਦੇ ਦਾਦੇ ਦੇ ਜ਼ਰੀਏ। ਦਾਦੇ ਦਾ ਨਾਮ ਹਿਸਟਰੀ ਦੇ ਵਿੱਚ ਮੈਂ ਕਾਫੀ ਸਰਚ ਕੀਤਾ, ਮੈਨੂੰ ਨਹੀਂ ਮਿਲਿਆ ਹੈਗਾ। ਸੋ ਬਿੰਬੀਸਾਰ ਨੇ ਰਾਜ ਕਦੋਂ ਤੋਂ ਕਦੋਂ ਤੱਕ ਕੀਤਾ? ਬਿੰਬੀਸਾਰ ਦਾ ਜਿਹੜਾ ਸ਼ਾਸਨ ਸੀਗਾ ਬੱਚੇ, ਜਿਹੜਾ ਸ਼ਾਸਨ ਕਾਲ ਸੀਗਾ ਉਹ ਸੀਗਾ 543 ਈਸਵੀ ਪੂਰਵ ਤੋਂ 543 ਈਸਵੀ ਪੂਰਵ ਤੋਂ 492 ਈਸਵੀ पूर्व तक, मतलब कि घटदा आ रहा है। 543 तो 492 ते असीं पहुंचे हाँ। हुण ये घट क्यों रहा है, किवें घट रहा है, ਇਹਦੇ ਬਾਰੇ मैं ਤੁਹਾਨੂੰ ਪਹਿਲਾਂ भी दस्सिया कि ਆਪਾਂ ने एक डिटेल ਦੇ ਵਿੱਚ ਵੀਡੀਓ ਕੀਤੀ ਹੋਈ ਆ। डेफिनेशन ऑफ AD, डेफिनेशन ऑफ BC, डेफिनेशन ऑफ BCE अपना दूसरा लैक्चर आ, इस कोर्स का दूसरा लैक्चर आ, तुसीं ਉਹ ਜਾ ਕੇ ਜ਼ਰੂਰ ਸੁਣੋ, ठीक है। ਉਹਦੇ ਵਿੱਚ ਆਪਾਂ ਨੇ डिटेल ਦੇ ਵਿੱਚ डिस्कशन ਕੀਤੀ ਹੋਈ ਹੈ दूसरे लैक्चर ਦੇ ਵਿੱਚ। सो दूसरा बच्चे ਜਿਹੜਾ मतलब कि ਇਹ ਸੀਗਾ ਬਿੰਬੀਸਾਰ। ਆਪਾਂ ਅੱਗੇ ਜਾ ਕੇ ਇੱਕ ਟੌਪਿਕ ਕਰਨਾ ਹੈ महात्मा बुद्ध ਤੇ जैन धर्म वाला। महावीर जैन और महात्मा बुद्ध ਦਾ ਇਹ ਸਮਕਾਲੀ ਸੀਗਾ, मतलब कि महावीर जैन ਤੇ महात्मा बुद्ध ਇਹਨਾਂ ਦਾ ਇਹ ਸਮਕਾਲੀ ਸੀਗਾ। ਸਮਕਾਲੀ ਦਾ मतलब ਜਿਹੜੇ ਪੀਰੀਅਡ ਦੇ ਵਿੱਚ महात्मा बुद्ध ਹੋਣੀ ਚੱਲ ਰਹੇ ਨੇ, ਜਿਹੜੇ ਪੀਰੀਅਡ ਦੇ ਵਿੱਚ महावीर जैन ਚੱਲ ਰਿਹਾ ਹੈ, ਉਸੇ ਪੀਰੀਅਡ ਦੇ ਵਿੱਚ ਬਿੰਬੀਸਾਰ ਵੀ ਸੀਗਾ। ਬਲਕਿ ਤਿੰਨੋਂ ਇਹ ਇੱਕੋ ਪੀਰੀਅਡ ਦੇ ਵਿੱਚ ਚੱਲ ਰਹੇ ਨੇ, ਇਸ ਕਰਕੇ ਇਹ ਸਮਕਾਲੀ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਬੱਚੇ ਉਸਨੇ ਇੱਕ ਆਪਾਂ ਮਹਾਜਨਪਦ ਪੜ੍ਹਿਆ ਸੀਗਾ ਅੰਗ ਪੂਰਬੀ ਬਿਹਾਰ ਦਾ ਹਿੱਸਾ ਹੈ, ਉਹਦੇ ਉੱਪਰ ਇਹਨੇ ਆਪਣੀ ਜਿੱਤ ਹਾਸਿਲ ਕੀਤੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲੇ ਕੌਸ਼ਾਲਾ, ਵੈਸ਼ਾਲੀ, ਉਹਨਾਂ ਨਾਲ ਇਹਨੇ ਮੈਰੀਟੋਰੀਅਸ ਜਾਂ ਮੈਰੀਟਲ ਜਿਹੜੇ ਸੰਬੰਧ ਸੀਗੇ ਉਹ ਕਾਇਮ ਕੀਤੇ ਸੀਗੇ। ਵਿਆਹ ਵਾਲੇ ਜਿਹੜੇ ਸੰਬੰਧ ਸੀਗੇ ਉਹ ਕਾਇਮ ਕੀਤੇ ਸੀਗੇ। ਕਹਿਣ ਦਾ ਮਤਲਬ ਕੀ ਆ, ਇਹਨੇ ਫੋਰ ਐਗਜ਼ਾਮਪਲ ਇਹਦਾ ਇੰਨਾ ਕੁ ਰਾਜ ਸਿਸਟਮ ਸੀਗਾ, ਇਹਨੇ ਇਹਨੂੰ ਵੱਡਾ ਕਿਵੇਂ ਕੀਤਾ? ਜਾਂ ਤਾਂ ਇਹਨੇ ਕਬਜ਼ਾ ਕੀਤਾ, ਲਾਈਕ ਕਿਹਦੇ ਉੱਪਰ? ਅੰਗ ਦੇ ਉੱਪਰ ਜਿੱਤ ਹਾਸਿਲ ਕੀਤੀ ਸੀਗੀ। ਜਾਂ ਫਿਰ ਇਹਨੇ ਵਿਆਹੁਤਾ ਸੰਬੰਧ ਬਣਾਏ ਕਿ ਉਹਨਾਂ ਕੁਛ ਇੱਕ ਮਹਾਜਨ ਪਦਾਂ ਦੇ ਨਾਲ ਇਹਨੇ ਉਹਨਾਂ ਦੀਆਂ ਲੇਡੀਜ਼ ਦੇ ਨਾਲ ਇਹਨੇ ਵਿਆਹ ਕਰਵਾਇਆ। ਸੋ ਅਗਰ ਆਪਾਂ ਕਬਜ਼ੇ ਦੀ ਗੱਲ ਕਰੀਏ ਤਾਂ ਇਹਨੇ ਕਬਜ਼ਾ ਕੀਤਾ ਸੀਗਾ ਅੰਗ ਨਾਮ ਦਾ ਇੱਕ ਮਹਾਜਨਪਦ ਸੀਗਾ। ਅੰਗ ਨਾਮ ਦੇ ਮਹਾਜਨਪਦ, ਜਿੰਨੇ ਵੀ ਮਹਾਜਨਪਦ ਨੇ ਇਸ ਤੋਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਟੇਲ 'ਚ ਡਿਸਕਸ ਕੀਤੀ ਹੋਈ ਆ, ਤੁਸੀਂ ਉੱਥੇ ਦੇਖ ਸਕਦੇ ਹੋ। ਅੰਗ ਨਾਮ ਦੇ ਮਹਾਜਨਪਦ ਦੇ ਉੱਪਰ ਇਹਨੇ ਕਬਜ਼ਾ ਕਰ ਲਿਆ ਸੀਗਾ ਔਰ ਵਿਆਹ ਕਰਵਾਇਆ ਸੀਗਾ ਇਹਨੇ 3-4 ਆਪਣੇ 2-3 ਨੇ। ਇੱਕ ਤਾਂ ਹੈਗਾ ਕੋਸਾਲਾ, ਇੱਕ ਹੈਗਾ ਵੈਸ਼ਾਲੀ ਤੇ ਬਸ ਇਹ ਦੋ ਹੀ ਨੇ ਬੱਚੇ। ਦੋ ਮਹਾਜਨਪਦਾਂ ਦੇ ਵਿੱਚ ਇਹਨਾਂ ਨੇ ਵਿਆਹ ਕਰਵਾਇਆ ਸੀਗਾ। ਇਸ ਤੋਂ ਬਾਅਦ ਇਹਨੇ ਰਾਜਗੀਰ ਨੂੰ, ਜਿਹੜਾ ਆਪਾਂ ਪਹਿਲਾਂ ਪੜ੍ਹਿਆ ਹੈ ਰਾਜਗ੍ਰਹਿ, ਇਹਨੂੰ ਇਸ ਬੰਦੇ ਨੇ ਰਾਜਧਾਨੀ ਬਣਾਇਆ ਸੀਗਾ। ਅੰਡਰਸਟੈਂਡ, ਇਹਦੇ ਬਾਰੇ ਆਪਾਂ ਨੇ ਇੰਨਾ ਹੀ ਪੜ੍ਹਨਾ ਹੈ। ਇਸ ਤੋਂ ਬਾਅਦ ਬੱਚੇ ਇਹਦਾ ਜਵਾਕ ਹੁੰਦਾ ਹੈ, ਇਹਦੇ ਜਵਾਕ ਦਾ ਨਾਮ ਹੈਗਾ ਹੈ ਅਜਾਤ ਸ਼ਤਰੂ। ਬਿੰਬੀਸਾਰ ਦਾ ਜਵਾਕ ਹੁੰਦਾ, ਬਿੰਬੀਸਾਰ ਦੇ ਜਵਾਕ ਦਾ ਨਾਮ ਹੈਗਾ ਅਜਾਤ ਸ਼ਤਰੂ ਤੇ ਇਹ ਹੈਗਾ ਸੈਕਿੰਡ ਰੂਲਰ ਆਫ ਹਰਿਅੰਕਾ ਡਾਇਨੈਸਟੀ। दूसरा रोल करने वाला बंदा है हरियंका डायनेस्टी का, ठीक है। अगली चीज़ इन्हें जो राज किया है वो 492 ईस्वी तो लेके 492 ईस्वी पूर्व तो लेके 492
60 ईस्वी पूर्व तक किया है, 60 ईस्वी पूर्व तक इन्हें राज किया है, 492 तो लैके 460 तक। अगली चीज़ बच्चे जी ये वास्ते फेमस आ, फेमस चीज़ यह आ कहते भी ये सबर नहीं सीगा, यह बेसबरा बहुत सीगा, ਇਹ ਇੰਨਾ ਕੁ ਬੇਸਬਰ ਸੀਗਾ ਕਿ ਇਹਨੇ ਆਪਣੇ ਫਾਦਰ ਸਾਹਿਬ ਬਿੰਬੀਸਾਰ ਨੂੰ ਮਾਰ ਕੇ ਉਹਦੀ ਜਗ੍ਹਾ ਦੇ ਉੱਪਰ ਆਪ ਗੱਦੀ ਤੇ ਬੈਠਿਆ ਸੀਗਾ। ਆਪਣੇ ਫਾਦਰ ਸਾਹਿਬ ਬਿੰਬੀਸਾਰ ਨੂੰ ਮਾਰ ਕੇ ਉਹਦੀ ਜਗ੍ਹਾ ਦੇ ਉੱਪਰ ਆਪ ਗੱਦੀ ਦੇ ਉੱਪਰ ਬੈਠਿਆ ਸੀਗਾ। ਆਪਣੇ ਪਿਤਾ ਨੂੰ ਮਾਰਨ ਕਰਕੇ ਇਤਿਹਾਸ ਦੇ ਵਿੱਚ ਇਹਨੂੰ ਇੱਕ ਨਾਮ ਦਿੱਤਾ ਗਿਆ ਹੈ, ਉਸ ਨਾਮ ਉਹਦਾ ਨਾਮ ਹੈਗਾ ਹੈ ਪਿਤਰਘਾਟਾ। ਪਿਤਰਾਘਾਟਾ, ਪਿਤਰਾਘਾਟਾ ਦਾ ਮਤਲਬ ਹੈਗਾ ਹੈ ਆਪਣੇ ਪਿਤਾ ਨੂੰ ਮਾਰਨ ਵਾਲਾ, ਆਪਣੇ ਪਿਤਾ ਨੂੰ ਮਾਰਨ ਵਾਲੇ ਨੂੰ ਆਪਾਂ ਪਿਤਰਾਘਾਟਾ ਕਹਿੰਦੇ ਹਾਂ। ਠੀਕ ਹੈ, ਇਹਦਾ ਇਹਨੂੰ ਇੱਕ ਟਾਈਟਲ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਰ ਆਪਾਂ ਜੇ ਗੱਲ ਕਰੀਏ, ਇਹਨੇ ਨਾ ਇੱਕ ਜਗ੍ਹਾ ਸੀਗੀ ਜਿਵੇਂ ਹੁਣ ਪਾਟਲੀਪੁੱਤਰ ਆ, ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਨਾ ਪਾਟਲੀਪੁੱਤਰ, ਪਾਟਲੀਪੁੱਤਰ ਦਾ ਜਿਹੜਾ ਪੁਰਾਣਾ ਨਾਮ ਸੀਗਾ ਉਹ ਪਾਟਲੀਗ੍ਰਾਮ ਸੀਗਾ। ਪਾਟਲੀਪੁੱਤਰ ਦਾ ਪੁਰਾਣਾ ਨਾਮ ਪਾਟਲੀਗ੍ਰਾਮ ਸੀਗਾ। ਹੋਇਆ ਕੀ ਆ, ਕਹਿੰਦੇ ਵੀ ਇਹਨੇ ਪਾਟਲੀਗ੍ਰਾਮ ਦੀ ਮਹੱਤਤਾ ਨੂੰ ਸਮਝਿਆ। ਕਿਵੇਂ ਕਿ ਵੀ ਆਹ ਪਾਟਲੀਗ੍ਰਾਮ ਆ, ਇਹਦੇ ਇੱਧਰ ਵੀ ਰਿਵਰ ਚੱਲ ਰਹੀ ਆ, ਇੱਧਰ ਵੀ ਰਿਵਰ ਚੱਲ ਰਹੀ ਆ, ਮਤਲਬ ਕਿ ਇਸ ਤਰੀਕੇ ਨਾਲ ਇਹਨੇ ਮਹੱਤਤਾ ਨੂੰ ਸਮਝਿਆ ਤੇ ਬਾਅਦ ਦੇ ਵਿੱਚ ਆਪ ਇਸ ਨੂੰ ਪਾਟਲੀਪੁੱਤਰ ਬਣਾਇਆ ਸੀ। ਓਕੇ, ਪਾਟਲੀਗ੍ਰਾਮ ਦੀ ਕਿਲੇਬੰਦੀ ਕੀਤੀ, ਉਹਨੂੰ ਮੋਡੀਫਾਈ ਕੀਤਾ, ਉਹਨੂੰ ਅੱਛਾ ਬਣਾਇਆ, ਉਹਦੀ ਮਹੱਤਤਾ ਨੂੰ ਸਮਝਿਆ ਤੇ ਉਸ ਤੋਂ ਬਾਅਦ ਉਹਨੂੰ ਪਾਟਲੀਪੁੱਤਰ ਬਣਾਇਆ। ਤੁਹਾਨੂੰ ਕੁਐਸਚਨ ਆ ਸਕਦਾ ਕਿ ਪਾਟਲੀਪੁੱਤਰ ਦਾ ਪੁਰਾਣਾ ਨਾਮ ਕੀ ਆ, ਤੇ ਆਪਾਂ ਹੁਣੇ ਪੜ੍ਹ ਕੇ ਹਟਿਆ ਕਿ ਇਹੀ ਵਾਲੀ ਜਿਹੜੀ ਪਾਟਲੀਪੁੱਤਰ ਸੀਗੀ ਅੱਗੇ ਜਾ ਕੇ ਮਗਧ ਦੀ ਰਾਜਧਾਨੀ ਵੀ ਬਣੀ ਸੀਗੀ। ਸੋ ਜਦ ਤੱਕ ਮਤਲਬ ਪਾਟਲੀਗ੍ਰਾਮ ਸੀਗਾ ਉਦੋਂ ਤੱਕ ਇਹ ਰਾਜਧਾਨੀ ਨਹੀਂ ਸੀਗੀ, ਤੇ ਜਦੋਂ ਇਹ ਪਾਟਲੀਪੁੱਤਰ ਬਣੀ ਉਦੋਂ ਇਹ ਰਾਜਧਾਨੀ ਬਣੀ। ਅੰਡਰਸਟੈਂਡ। ਨੈਕਸਟ ਬੱਚੇ ਆਪਾਂ ਨੇ ਡਿਸਕਸ ਕਰਨਾ ਹੈ, ਕਹਿੰਦਾ ਵੀ ਜਿਹੜੇ ਕਿੰਗਡਮਸ ਦੇ ਨਾਲ ਆਪਾਂ ਹੁਣੇ ਗੱਲ ਕੀਤੀ ਹੈ ਨਾ, ਜਿਹੜੇ ਕਿੰਗਡਮਸ ਦੇ ਨਾਲ ਇਹਦੇ ਫਾਦਰ ਸਾਹਿਬ ਨੇ ਵਿਆਹ ਵਾਲੇ ਸੰਬੰਧ ਕਾਇਮ ਕੀਤੇ ਸੀਗੇ, ਬਲਕਿ ਵਿਆਹ ਵਾਲੇ ਸੰਬੰਧ ਦੇ ਜ਼ਰੀਏ ਉਹਨਾਂ ਨੂੰ ਆਪਣੇ ਰਾਜ ਭਾਗ ਦੇ ਵਿੱਚ ਮਿਲਾ ਲਿਆ ਸੀਗਾ। ਇਸ ਬੰਦੇ ਨੇ ਅਜਾਤ ਸ਼ਤਰੂ ਨੇ ਇਹਨਾਂ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ, ਮਤਲਬ ਕਿ ਆਫੀਸ਼ੀਅਲੀ ਇਹਨਾਂ ਨੂੰ ਵੱਡੇ ਤੌਰ ਤੇ ਬਣਾ ਲਿਆ ਸੀਗਾ। ਉਹਨਾਂ ਦਾ ਜਸਟ ਰਿਲੇਸ਼ਨ ਕਾਇਮ ਕੀਤੇ ਸੀਗੇ, ਅਜਾਤ ਸ਼ਤਰੂ ਨੇ ਕਬਜ਼ਾ ਕਰਕੇ ਉਹਨਾਂ ਨੂੰ ਆਪਦੇ ਅੰਡਰ ਕਰ ਲਿਆ ਸੀਗਾ। ਅੰਡਰਸਟੈਂਡ। ਇਸ ਤੋਂ ਬਾਅਦ ਬੱਚੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਤੁਸੀਂ ਨੋਟ ਕਰ ਲਓ, ਮੈਨੂੰ ਸਾਫ਼ ਕਰ ਦਵਾਂ 1 ਮਿੰਟ, ਉਹ ਤੁਸੀਂ ਨੋਟ ਕਰ ਲਓ। ਜੋ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਅਕਸਰ ਪੇਪਰ 'ਚ ਵੀ ਆਉਂਦੀ ਆ ਉਹ ਹੈਗੀ ਆ ਕਿ ਮਹਾਤਮਾ ਬੁੱਧ ਦੀ ਡੈਥ ਆ ਜਿਹੜੀ ਉਹ ਇਹਦੇ ਟਾਈਮ 'ਚ ਹੋਈ ਸੀਗੀ। ਅਜਾਤ ਸ਼ਤਰੂ ਦੇ ਟਾਈਮ ਦੇ ਵਿੱਚ ਡੈਥ ਆਫ ਮਹਾਤਮਾ ਬੁੱਧ, ਮਹਾਤਮਾ ਬੁੱਧਾ ਦੀ ਡੈਥ ਹੋਈ ਸੀਗੀ। ਅਗਲੀ ਚੀਜ਼ ਤੇ ਉਸ ਟਾਈਮ ਨਾ ਇੱਕ ਜਰਨਲ ਬੁੱਧਿਸਟ ਕਾਉਂਸਲ ਆਰਗੇਨਾਈਜ਼ ਕਰਵਾਈ ਗਈ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਆ। ਜਰਨਲ ਬੁੱਧਿਸਟ ਕਾਉਂਸਲ, ਇਹ ਨਾ ਅਕਸਰ ਪੇਪਰ 'ਚ ਕੁਐਸਚਨ ਹੁੰਦਾ ਹੈ ਕਿ ਜਿਹੜੀ ਜਰਨਲ ਬੁੱਧਿਸਟ ਕਾਉਂਸਲ ਆ ਉਹ ਆਰਗੇਨਾਈਜ਼ ਕਿਹਨੇ ਕਰਵਾਈ ਸੀਗੀ। ਆਰਗੇਨਾਈਜ਼ਡ ਬਾਏ ਅਜਾਤ ਸ਼ਤਰੂ। ਠੀਕ ਹੈ, ਤੇ ਅਗਲਾ ਜਿਹੜਾ ਕੁਐਸਚਨ ਹੁੰਦਾ ਹੈ ਕਿ ਇਹ ਵਾਲੀ ਜਿਹੜੀ ਕਾਉਂਸਲ ਆਰਗੇਨਾਈਜ਼ ਕਰਵਾਈ ਸੀਗੀ ਅਜਾਤ ਸ਼ਤਰੂ ਨੇ, ਕਿੱਥੇ ਕਰਵਾਈ ਸੀਗੀ। 8 ਰਾਜਗ੍ਰਹਿ ਔਰ ਰਾਜਗੀਰ, ਉਹਨੂੰ ਆਪਾਂ ਰਾਜਗ੍ਰਹਿ ਵੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਰਾਜਗੀਰ ਵੀ ਕਹਿ ਦਿੰਦੇ ਹਾਂ। ਹੋਪ ਕਿ ਤੁਸੀਂ ਅੰਡਰਸਟੈਂਡ ਕੀਤਾ ਹੋਊਗਾ। ਠੀਕ ਹੈ, ਇਸ ਤੋਂ ਬਾਅਦ ਬੱਚੇ ਆਪਣੇ ਕੋਲੇ ਤੀਸਰਾ ਰਾਜਾ ਹੁੰਦਾ ਇਹਨਾਂ ਦਾ, ਇਹ ਹੋ ਗਿਆ ਅਜਾਤ ਸ਼ਤਰੂ। ਇਸ ਤੋਂ ਪਹਿਲਾਂ ਆਪਣੇ ਕੋਲੇ ਸੀਗਾ ਬਿੰਬੀਸਾਰ, ਤੇ ਤੀਸਰਾ ਜਿਹੜਾ ਆਪਣੇ ਕੋਲੇ ਰਾਜਾ ਹੁੰਦਾ ਉਹ ਹੁੰਦਾ ਹੈ ਉਦੇ। ਇਹਨੂੰ ਉਦੇ ਵੀ ਕਹਿ ਦਿੰਦੇ ਨੇ ਤੇ ਇਹਨੂੰ ਉਦਯੈਨ ਵੀ ਕਹਿ ਦਿੰਦੇ ਨੇ, ਇਹਨੂੰ ਉਦੇ ਵੀ ਕਹਿ ਦਿੰਦੇ ਨੇ ਤੇ ਇਹਨੂੰ ਉਦਯੈਨ ਵੀ ਕਹਿ ਦਿੰਦੇ ਨੇ। ਜਿਹੜਾ ਉਦੇ ਆ ਬੱਚੇ, ਇਹਦੇ ਬਾਰੇ ਸਿਰਫ ਇੰਨਾ ਕੁ ਤੁਸੀਂ ਯਾਦ ਰੱਖਣਾ ਹੈ ਕਿ ਪਾਟਲੀਗ੍ਰਾਮ ਦੀ ਕਿਲੇਬੰਦੀ ਇਹਦੇ ਪਿਤਾ ਨੇ ਕੀਤੀ ਸੀਗੀ ਅਜਾਤ ਸ਼ਤਰੂ ਨੇ, ਪਰ ਪਾਟਲੀਗ੍ਰਾਮ ਨੂੰ ਪਾਟਲੀਪੁੱਤਰ ਐਜ਼ ਅ ਕੈਪੀਟਲ ਕਿਹਨੇ ਬਦਲਿਆ ਸੀਗਾ, ਉਦੇ ਨੇ। ਠੀਕ ਹੈ, ਪਾਟਲੀਗ੍ਰਾਮ ਦੀ ਕਿਲੇਬੰਦੀ ਕੀਤੀ ਸੀਗੀ ਇਹਦੇ ਫਾਦਰ ਸਾਹਿਬ ਨੇ ਅਜਾਤ ਸ਼ਤਰੂ ਨੇ, ਪਰ ਪਾਟਲੀਗ੍ਰਾਮ ਨੂੰ ਐਜ਼ ਕੈਪੀਟਲ ਪਾਟਲੀਪੁੱਤਰ ਕਿਹਨੇ ਬਣਾਇਆ ਸੀਗਾ, ਉਦਯ ਨੇ।
तो यदा जो टाइम है बच्चे वो हैगा 416 तो 446 सॉरी 460 तो 446। होप के तुहानू ये सारा समझ आ गया होगा। तो इस तो बाद बच्चे अपने जो अगे डिस्कस करना वो थोड़ा जिहा कहते भी आजाद शत्रु तो लेके उदयन तक उस तो अगे दो राजे होर आए सीगे जिन्हां ने अपने बाप नूं मारिया ते आके गद्दी ते बैठ गए। इस गल तो लोग काफ़ी परेशान होए सीगे कि जिहड़ा भी राजा आउंदा है अपने बाप नूं मारदा है आके गद्दी ते बैठ जाता, जिहड़ा भी राजा आउंदा है अपने बाप नूं मारदा है आके गद्दी ते बैठ जाता है। मतलब कि लोग जिहड़ी प्रजा है वो काफ़ी इस चीज़ तो तंग आई सीगी। ते हरियंका वंश का जिहड़ा आखिरी राजे का मंत्री सीगा, उदयन तो बाद दो राजे होर होंदे ने ना, दो राजे नूं जिहड़ा लास्ट राजा सीगा, लास्ट राजे का एक मंत्री सीगा, इस मंत्री ने ही अपने राजे नूं मारता सीगा। हुण तक की सीगा पुत्र अपने बाप नूं मारदा आ रहा सीगा, पुत्र अपने बाप नूं मारदा आ रहा सीगा, बट लास्ट राजे दे जिहड़ा मंत्री सीगा उहने ही अपने जिहड़े राजे नूं वो मारता सी। तो उस बंदे का नाम की सीगा, उस बंदे का नाम सीगा, उस मंत्री का नाम सीगा शिशुनाग। उस मंत्री का नाम सीगा शिशुनाग। होप कि तुसीं अंडरस्टैंड किया होगा। तो फिर इत्थों आपां नूं की समझ आ रहा, किहड़ी चीज़ आपां नूं समझ आ रही है कि भी अगली डायनेस्टी किहड़ी शुरू होगी, अगला वंश किहड़ा शुरू हो गया दसो। अगला बच्चे वंश या फिर जिहड़ी अगली डायनेस्टी आ वो अपनी शुरू हो गई सीगी शिशुनाग। शिशुनाग तो फिर फाउंडर कौन होगा शिशुनाग दा? शिशुनाग डायनेस्टी का फाउंडर कौन होएगा? ऑब्वियस जी गल आ कि शिशुनाग डायनेस्टी का जिहड़ा फाउंडर आ वो शिशुनाग ही होगा, बट ये नाम के नाल एक मिनिस्टर लग जाता है, मिनिस्टर शिशुनाग। यह भी थोड़े याद रखने वास्ते आ, मिनिस्टर शिशुनाग। मिनिस्टर का मतलब मंत्री जिन्हें अपने राजे नूं मारता सीगा, वो वाला मंत्री जिन्हें अपने राजे नूं मारता सीगा। समझ आ गया? अगे जिहड़ी शिशुनाग सीगा, शिशुनाग तो बाद एक होर राजा आया सीगा, मतलब कि शिशुनाग नूं हरा के कौन आया सीगा, उहदा नाम सीगा सैकिंड दा कालासोका। कालासोका, कालासोका ये इस करके इंपोर्टेंट आ क्योंकि जिहड़ी सैकिंड बुद्धिस्ट काउंसिल आ, फस्ट किने करवाई सीगी? आजाद शत्रु ने। जिहड़ी सैकिंड बुद्धिस्ट काउंसिल आ वो कालासोका ने करवाई सीगी। सैकिंड बुद्धिस्ट काउंसिल किने करवाई सीगी? वो कालासोका ने। ठीक है, ऑर्गेनाइज की गई सीगी। अवंती नूं इन्हें मगध दे विच शामिल कर लिया सीगा, कोई खास इंपोर्टेंट नहीं हैगा। बस इन्हां शिशुनाग वालियां वास्ते सिर्फ आ दो चीज़ां ही आपां ने पढ़नियां ने। मैं उम्मीद करदा कि तुहानूं समझ आ गई होणगियां। ठीक है, इस तो बाद बच्चे आपां ने गल करनी आ नंद वंश दी। सो आपां डिटेल दे विच हुण कवर करांगे नंद वंश नूं। शिशुनाग बच्चे छोटा जाइए, बस एक तो आपां ने यही कवर करना कि भी जिहड़ी हरियंका डायनेस्टी आ उहनूं शिशुनाग दे विच किने बदलिया। दूसरा आपां ने यह कवर करना है कि जिहड़ी दूसरी बुद्धिस्ट काउंसिल सीगी उहदे संदर्भ दे विच की इंपोर्टेंट आ वो आपां नूं कालासोका तो पता लगता। इस करके आपां ने दो राजे ने जिहड़े वो कवर कीते ने। ठीक है, हुण आपां ने कवर करनी है नंदा डायनेस्टी, जिहनूं आपां नंद डायनेस्टी भी कह दिंदे आ। अच्छा, इत्थे आके ना हुण एक चीज़ अपने होर ध्यान च रखनी होगी। वो चीज़ की आ? वो चीज़ हैगी आ बच्चे कास्ट सिस्टम। ब्राह्मण, शूद्र, क्षत्रिय, वैश्य, है ना, ये वाला आई थिंक ये थोड़ा जिहा उपर नीचे हो गया। ये आपां ने थोड़ा जिहा ध्यान च रखना होगा। कहते भी ये मन्निया जाता है, कुछ रिसोर्सिस दसते हैं जिहड़ा नंद सीगा वो शूद्र कैटेगरी नूं बिलोंग करते सीगे। ठीक है, क्यों करते सीगे या की रीजन आ या फिर मतलब की गल्लां ने मैं इत्थे क्यों दस रहा है, तुहानूं अगे जाके अपने आप समझ आ जाऊगा। कहता बल्कि इत्थों तक भी मन्निया जाता है कि जो नंदा तो बाद मौर्य आए सीगे तो वह भी नॉन क्षत्रिय डायनेस्टी तो ही सीगे। आप जो मौर्य करांगे फिर गल करांगे। जिहड़े नंदा तो बाद मौर्य आए सीगे वह भी क्षत्रिय डायनेस्टी, नॉन क्षत्रिय डायनेस्टी तो ही सीगे, मतलब कि क्षत्रिय नहीं सीगे। नाल ही यह भी
कि अगले 100 साल तक किसी भी राजे ने यह परवाह नहीं की, किसी भी प्रजा ने यह परवाह नहीं की कि वह राजा किहड़ी उपजात नूं बिलोंग कर रहा और राजा किहड़ी जात नूं बिलोंग कर रहा, किसी ने परवाह नहीं की। पर वह 1000 साल तो बाद जिहड़े राजे आए वह मतलब कि इस तरीके नाल आए कि भी क्षत्रिय स्टेटस नूं आए चला रहे थे जिवें क्षत्रिय सब कुछ आ। राजे अपने आप नूं क्षत्रिय कहाउण ते माण करदे सीगे, भावें असल दे विच ओह किहड़ी मर्जी जात दे होण, क्षत्रिय कहाउण नूं ओह माण करदे सीगे। ओके, सो आपां ने अगे जो कवर करना है ओह कवर करना है नंदा डायनेस्टी का फाउंडर ऑफ नंदा डायनेस्टी। ਇਹਦਾ नाम बच्चे हैगा महापद्मानंद। महापद्मानंद नंद पहला अजिहा वंश सीगा या फिर महापद्मानंद पहला अजिहा राजा सीगा। नंद डायनेस्टी पहली अजिही डायनेस्टी सीगी या फिर महापद्मानंद पहला अजिहा राजा सीगा जिन्हें एक ख्याल किया, जिन्हें यह सुपना लिया, जिहदा यह ड्रीम सीगा कि वह पूरे दे पूरे इंडिया दे उपर राज करना चाहता है, वह ऑल इंडिया एंपायर बनाना चाहता है, ऑल इंडिया एंपायर खड़ा करना चाहता है। अंडरस्टैंड? अगे भावें ऑल इंडिया जिहड़ा एंपायर आ वह खड़ा किया सीगा अगे जाके मौर्य वंश ने, आप मौर्य वंश पढ़ांगे अगले लैक्चरां दे विच, वो खड़ा किया सीगा मौर्य वंश ने। पर सुपना किने लिया सीगा? पहला सुपना लिया सीगा नंद वंश वालियां ने, महापद्मानंद ने सुपना लिया सीगा। इस तो बाद बच्चे अपने को आ रहा है एक ना लिपि हुई है स्क्रिप्ट, ये काफ़ी इंपोर्टेंट आ स्क्रिप्ट हुई आ, इसका नाम हैगा हथी गुंफा। हथी गुंफा कहना भी हथी गुंफा उत्तर मौर्य काल की लिपि आ। यह लिपि दसदी आ कि महापद्मानंद ने कलिंगा नूं अपने अधीन कर लिया सीगा। कहण दा मतलब जो इन्होंने सपना लेता सीगा, जो इन्होंने ड्रीम लेता सीगा, वो उहदे उपर वर्क भी करते सीगे, उहदे उपर काम भी कर रहे सीगे। ते ईवन कि इत्थे तक भी सीगा कि जिहड़ा महापद्मानंद आ इहने एक टाइटल रखिया होया सीगा, इहदा एक टाइटल नेम सीगा, ਇਹਦਾ टाइटल नेम ਸੀਗਾ ਇਕਾਰਤ। ਇਕਾਰਤ ਇਕਾਰਤ ਤੋਂ ਭਾਵ ਆ ਪੂਰੇ ਭਾਰਤ ਦਾ ਰਾਜਾ। ਹੁਣ ਤੁਹਾਨੂੰ ਇਹ ਕੁਐਸਚਨ ਆ ਸਕਦੇ ਨੇ ਕਿ महापद्मानंद ਨੇ ਕਿਹੜਾ ਟਾਈਟਲ ਰੱਖਿਆ ਹੋਇਆ ਸੀਗਾ ਜਾਂ ਉਸ ਟਾਈਟਲ ਦਾ मीनिंग ਕੀ ਆ, ਹੈ ਨਾ। ਇਹ ਵਾਲੇ ਤੁਹਾਨੂੰ ਕੁਐਸਚਨ ਆ ਸਕਦੇ ਨੇ, ਤੁਹਾਨੂੰ ਇਹ ਧਿਆਨ 'ਚ ਰੱਖਣਾ ਹੋਊਗਾ। किने रखा सीगा? महापद्मानंद ने। इस तो बाद बच्चे अपने को दूसरा राजा आ रहा धनानंद। धनानंद धनानंद कौन सीगा? धनानंद कौन सीगा? धनानंद वो वाला राजा सीगा जिहदे समय दे विच अलैगजेंडर सिकंदर महान वो कब्जे कर रहा सीगा। जिस समय अलैगजेंडर ने भारत ते हमले किए उस समय नंद वंश का राज चल रहा सीगा ते नंद वंश दे विच राजा कौन सीगा? धनानंद राजा सीगा। पर अलैगजेंडर ते धनानंद दे विच कोई भी सीधी डायरैक्ट लड़ाई नहीं हुई हैगी। इस चीज़ का तुहानूं ख्याल रखना। तुहानूं क्वेश्चन आ सकदा कि की सिकंदर और धनानंद दे विच कोई डायरैक्ट लड़ाई हुई है? तो आंसर होगा नहीं हुई हैगी। उहदा रीजन की सीगा? उहदा रीजन बच्चे यह सीगा कि जिहड़े मतलब उन्होंने हमले सीगे अपने जिहड़े अलैगजेंडर होनी सीगे, उन्होंने जिहड़े सिपाही सीगे, जिहड़े सोल्जर सीगे, उन्होंने अगे वधन तो ना करती सीगी या फिर ये कह लो भी लड़ाई करन तो इनकार करता सीगा भी असीं नहीं लड़ते हैगे। ठीक है, सो मगध यही सीगा। मगध दे विच आपां ने एक तां सिस्टम देखिया, इहदियां विशेषतावां देखियां, आपां ने देखिया कि शक्तिशाली क्यों। दूसरा मगध दे विच की चीज़ आ? 3 डायनेस्टीज़ ने, हरियंका, शिशुनाग ते नंद। हरियंका दे विच जिन्ने राजे आए सारे ने एक दूजे नूं मारिया। लास्ट जिहड़ा राजा सीगा उहनूं शिशुनाग नाम दे मंत्री ने मारिया ते अपना वंश चला लिया शिशुनाग वंश। उहदे विच 2 राजे आए। उस तो बाद उन्हां तो बाद आया सीगे अपने कोले नंद डायनेस्टी, नंद वंश आया। नंद वंश ते 2 राजे आए।
ਇਹ ਸੀਗਾ ਬੱਚੇ ਅੱਜ ਆਪਣਾ ਮਗਧ ਵਾਲਾ ਪਾਠ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਣਾ ਹੈ। ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੇ ਜੈਨਿਜ਼ਮ, ਬੁੱਧਿਜ਼ਮ ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਦੇਖਦੇ ਹਾਂ ਕਿ ਇਹਨਾਂ ਦੀਆਂ ਕਿੰਨੇ ਕੁ ਲੈਕਚਰ ਬਣਦੇ ਨੇ। ਇੱਕ ਲੈਕਚਰ 'ਚ ਪੂਰਾ ਹੁੰਦਾ ਹੈ, ਲੈਕਚਰ ਜ਼ਿਆਦਾ ਬਣਦੇ ਨੇ, ਉਹ ਆਪਾਂ ਦੇਖਦੇ ਹਾਂ ਅੱਗੇ ਚੱਲ ਕੇ। ਫਿਲਹਾਲ ਆਪਣੇ ਜਿਹੜੇ ਅਗਲੇ ਲੈਕਚਰਸ ਨੇ ਉਹ ਬੁੱਧਿਜ਼ਮ ਔਰ ਜੈਨਿਜ਼ਮ ਦੇ ਨਾਲ ਰਿਲੇਟਡ ਹੋਣਗੇ। ਸੋ ਥੈਂਕ ਯੂ। ਮੈਂ ਉਮੀਦ ਕਰਦਾ ਕਿ ਤੁਹਾਨੂੰ ਲੈਕਚਰ ਕਾਫੀ ਪਸੰਦ ਆਇਆ ਹੋ। ਥੈਂਕ ਯੂ।